ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਲਾ ਚੌਥਾ। ਹਮਰਾ ਚਿਤ ਲੁਭਤ ਮੋਹ ਬਿਖਿਆ, ਬਹੁ ਦੁਰਮਤ ਮੈਲ ਭਰਾ। ਤੁਮਰੀ ਸੇਵਾ ਕਰ ਨ ਸਕੈਂ ਪ੍ਰਭ, ਹਮ ਕਿਉਂ ਕਰ ਮੁਗਧ ਤਰਾ। ਹਮਰਾ ਚਿਤ ਲੁਭਤ ਮੋਹ ਬਿਖਿਆ, ਬਹੁ ਦੁਰਮਤ ਮੈਲ ਭਰਾ। ਤੁਮਰੀ ਸੇਵਾ ਕਰ ਨ ਸਕੈਂ ਪ੍ਰਭ, ਹਮ ਕਿਉਂ ਕਰ ਮੁਗਧ ਤਰਾ। ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ, ਜਨਿਉ ਪਰ ਕਿਰਪਾ ਪ੍ਰਭ ਤਾਰੀ। ਮਿਲ ਸਤਿਗੁਰ ਪਾਰ ਪਰਾ ਰਹਾ। ਹਮਰੇ ਪਿਤਾ ਠਾਕੁਰ ਪ੍ਰਭ ਸੁਆਮੀ, ਹਰ ਦੇਹ ਮਤੀ ਜਸ ਕਰਾ। ਤੁਮਰੈ ਸੰਗ ਲਗੇ ਸੇ ਉਦਰੇ, ਜਿਉ ਸੰਗ ਕਾਸ਼ਟ ਲੋਹ ਤਰਾ। ਸਾਕਤ ਨਰ ਹੋਛੀ ਮਤ ਮੱਧਮ, ਜਿਨ ਹਰ ਹਰ ਸੇਵ ਨਾ ਕਰਾ। ਤੇ ਨਰ ਭਾਗਹੀਨ ਦੁਹਚਾਰੀ, ਹੋਇ ਜਨਮ ਮੁਏ ਫਿਰ ਮਰਾ। ਜਿਨ ਕਉ ਤੁਮ ਹਰ ਮੇਲੋ ਸੁਆਮੀ, ਤੇ ਨਹਾਏ ਸੰਤੋਖ ਗੁਰਸਰਾ। ਦੁਰਮਤ ਮੈਲ ਗਈ ਹਰ ਭਜਿਆ, ਜਨ ਨਾਨਕ ਪਾਰ ਪਰਾ। ਜਿਨ ਕਉ ਤੁਮ ਹਰ ਮੇਲੋ ਸੁਆਮੀ, ਤੇ ਨਹਾਏ ਸੰਤੋਖ ਗੁਰਸਰਾ। ਦੁਰਮਤ ਮੈਲ ਗਈ ਹਰ ਭਜਿਆ, ਜਨ ਨਾਨਕ ਪਾਰ ਪਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਸ਼ਾਮ ਸਮੇਂ ਸਤਸੰਗਤ ਦੇ ਪਲ ਅਸੀਂ ਪ੍ਰਾਪਤ ਕੀਤੇ ਨੇ। ਇਹ ਸਮਾਂ ਗੁਰਬਾਣੀ ਵਿਆਖਿਆ ਦਾ ਹੈ। ਇਸ ਵਿੱਚ ਬਿਲਾਵਲ ਰਾਗ, ਤਿਸ ਰਾਗ ਅੰਦਰ ਗੁਰੂ ਰਾਮਦਾਸ ਸਾਹਿਬ ਨਾਨਕ ਜੋਤ ਦਾ ਚੌਥਾ ਜਾਮਾ ਜੋ ਬਚਨ ਉਚਾਰਦਾ ਹੈ, ਉਹਨਾਂ ਦੀ ਅਸੀਂ ਵਿਵੇਚਨਾ ਕਰ ਰਹੇ ਹਾਂ। ਆਪ ਜੀ ਨੇ ਇਸ ਪਾਵਨ ਬਚਨ ਦਾ ਵਿਵੇਚਨ ਦਾ ਖਾਸ ਕਰਕੇ ਰਹਾਉ ਦਾ ਬੰਦ ਬੀਤੇ ਕੱਲ ਬਾਵਿਸਥਾਰ ਸਰਵਨ ਕੀਤਾ। ਅੱਜ ਯਤਨ ਹੋਏਗਾ ਸਮੁੱਚਾ ਸ਼ਬਦ ਅਸੀਂ ਵਿਚਾਰ ਸਕੀਏ, ਮਗਰ ਹਮੇਸ਼ਾ ਦੀ ਤਰ੍ਹਾਂ ਰਹਾਉ ਦੇ ਬੰਦ ਤੋਂ ਹੀ ਅਸੀਂ ਵਿਚਾਰ ਦਾ ਆਗਾਜ਼ ਕਰਦੇ ਹਾਂ। ਗੁਰਦੇਵ ਜ਼ਿਕਰ ਕਰਦੇ ਨੇ, ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ। Almost all of the Shabad of Guru Ramdas Sahib in this rag, which we have already discussed or which we are going to discuss, ਉਹ ਸਾਰਿਆਂ ਦੇ ਜਿਹੜਾ ਐਡਰੈਸਿੰਗ ਸਟਾਈਲ ਹੈ ਰਹਾਉ ਦੇ ਪਦ ਦਾ, ਉਹ ਬਿਲਕੁਲ ਇੱਕ ਹੀ ਹੈ। ਮੇਰੇ ਮਨ, ਜਿਹੜੀ ਸਾਡੀ ਕੌਨਸ਼ੀਅਸ ਹੈ, ਚੇਤਨਾ ਹੈ, ਉਸੇ ਨੂੰ ਐਡਰੈਸ ਕੀਤਾ ਜਾ ਰਿਹਾ ਹੈ। ਅਤੇ ਉਹਦੇ ਜ਼ਰੀਏ ਗੁਰੂ ਸਾਹਿਬ ਆਪਣੇ 'ਤੇ ਬਾਤ ਟੁਕਾ ਕੇ ਸਾਨੂੰ ਸਮਝਾਉਂਦੇ ਨੇ। ਜੋ ਬਚਨ ਹੈ, ਮੇਰੇ ਮਨ ਜਪ ਐ ਮੇਰੇ ਮਨਾ, ਇਸ ਚੀਜ਼ ਦਾ ਆਰਾਧਨ ਕਰ, ਜਪਣਾ ਕਰ। ਨਰ ਹਰ ਨਾਮ ਨਰ ਹਰਾ। ਨਾਮ ਇਹਦਾ ਸਿੱਧੇ ਤੌਰ 'ਤੇ ਜਿਹੜੀ ਟਰਾਂਸਲੇਸ਼ਨ ਹੈਗੀ ਉਹ ਬਣਦੀ ਐਗਜ਼ਿਸਟੈਂਸ, ਹੋਂਦ। ਉਸ ਹੋਂਦ ਨੂੰ ਵੇਖਾਂਗੇ ਕਿੱਥੇ? ਨਰ ਹਰਾ ਭਾਵ ਜਿਹਨੇ ਸਾਰੀ ਕਾਇਨਾਤ ਵਿੱਚ ਮਾਨਵਤਾ ਦਾ ਸੰਚਲਨ ਕੀਤਾ ਹੈਗਾ, ਨਰ ਨੂੰ ਨਰ ਬਣਾਇਆ ਹੈ। ਇਹ ਲਫ਼ਜ਼ ਪ੍ਰਾਕ੍ਰਿਤ ਭਾਸ਼ਾ ਦੇ ਜੇ ਪਿਛੋਕੜ ਵਿੱਚੋਂ ਅਸੀਂ ਦੇਖਦੇ ਹਾਂ। ਅਤੇ ਬੀਤੇ ਕੱਲ ਜਿਵੇਂ ਵਿਚਾਰ ਹੋਈ ਸੀ
कि सब कहते नरू मरै नर काम ना आवै, पशु मरै दस काज सवारै। बंदे च इक्को समय दो बिरतियां जिन्होंने ਅਸੀਂ ਹਿਊਮਨ ਟੈਂਡੈਂਸੀਜ਼ ਕਹਿੰਦੇ ਆ, ਉਹ ਬੜੀਆਂ ਜ਼ੋਰਾਵਰ ਹੁੰਦੀਆਂ ਨੇ। ਇੱਕ ਪਸ਼ੂ ਬਿਰਤੀ ਹੈ, ਇੱਕ ਮਨੁੱਖ ਬਿਰਤੀ ਹੈ। ਜੇ ਬੰਦੇ ਚੋਂ ਮਨੁੱਖ ਬਿਰਤੀ ਮਾਰ ਦਿਓਗੇ, ਮਨੁੱਖ ਪਸ਼ੂ ਤੋਂ ਬੱਤਰ ਹੈ। ਈਵਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜਿਹਨੇ ਕਿਹਾ ਕਿ ਪਸ਼ੂ ਮਿਲੈ ਚੰਗਿਆਈਆਂ ਖੜ ਖਾਵੈ ਅੰਮ੍ਰਿਤ ਦੇ। ਪਸ਼ੂ ਨੂੰ ਚੰਗਾ ਕਿਹਾ ਜਾਂਦਾ ਹੈ ਮਨੁੱਖ ਦੇ ਮੁਕਾਬਲਤਨ, ਜਦੋਂ ਮਨੁੱਖ ਦੇ ਅਮਲ ਮਨੁੱਖਤਾ ਦੇ ਪੱਧਰ 'ਤੇ ਨਹੀਂ ਹੁੰਦੇ। ਈਵਨ ਜੇ ਹੋਰ ਰੰਗ 'ਚ ਦੇਖੀਏ ਤਾਂ ਗੁਰੂ ਸਾਹਿਬ ਇੱਥੋਂ ਤੱਕ ਵੀ ਬਿਆਨ ਕਰ ਦਿੰਦੇ, ਕਰਤੂਤ ਪਸ਼ੂ ਕੀ ਮਾਨਸ ਜਾਤ। ਜਾਤਾ ਭਾਵੇਂ ਕੋਈ ਮਨੁੱਖ ਕਰਕੇ ਜਾਂਦਾ ਹੈ, ਇਹਨੂੰ ਦੇ ਹੱਥ ਪੈਰ ਨੱਕ ਮੂੰਹ ਕੰਨ ਅੱਖਾਂ ਸਭ ਉਹ ਮਨੁੱਖ ਵਰਗੀਆਂ ਨੇ, ਪਰ ਜੋ ਕਰਤੂਤ ਹੈ ਕਰਮ ਹੈ ਅਮਲ ਹੈ ਉਹ ਪਸ਼ੂ ਤੋਂ ਬੱਤਰ ਹੈ। ਸੋ ਉਹਦੇ 'ਚ ਮਹਾਰਾਜ ਬਿਆਨ ਕਰਦੇ ਕਿ ਬੰਦੇ ਤੂੰ ਆਪਣੇ ਅੰਦਰ ਪਸ਼ੂ ਬਿਰਤੀ ਉਹਦਾ ਸੰਘਰਣ ਕਰਨਾ ਹੈ, ਉਸ ਨੂੰ ਤੂੰ ਕੱਢਣਾ ਹੈ। ਮਨੁੱਖ ਬਿਰਤੀ ਉਸ ਨੂੰ ਪ੍ਰਿਜ਼ਰਵ ਕਰਨਾ ਹੈ, ਉਸ ਨੂੰ ਤੂੰ ਬਚਾ ਕੇ ਰੱਖਣਾ ਹੈ। ਉਹਦੀ ਤੇਰੀ ਅੰਦਰ ਆਮਦ ਹੋਣੀ ਚਾਹੀਦੀ ਹੈ। ਸੋ ਉਸ ਰੂਪ ਵਿੱਚ ਜਿਹੜਾ ਰੱਬ ਦਾ ਸੰਕਲਪ ਆ, ਜਿਹੜਾ ਕਰਤਾਰ ਦਾ ਸੰਕਲਪ ਆ, ਜਿਹਦੇ ਨਾਮ ਦੀ ਮਹਿਮਾ ਨਾਲ ਅਸੀਂ ਜੁੜਨਾ ਆ, ਉਹ ਨਰਹਰ ਆ, ਮਨੁੱਖਵਾਦੀ ਹੈ, ਮਨੁੱਖ ਨੂੰ ਮਨੁੱਖ ਬਣਨ ਦੇ ਵਿੱਚ ਮਦਦ ਕਰਦਾ ਆ। ਜੇ ਆਪਾਂ ਬਹੁਤ ਸਾਰੇ ਹੋਰ ਡਿਫਰੈਂਟ ਸਕੂਲ ਆਫ ਥਾਟਸ ਵੀ ਪੜ੍ਹ ਲਈਏ, ਉਹ ਭਾਵੇਂ ਯੂਰਪੀਅਨ ਵਰਲਡ ਵਿੱਚ ਪੈਦਾ ਹੋਏ ਜਾਂ ਏਸ਼ੀਅਨ ਵਰਲਡ ਦੇ ਵਿੱਚ, ਉਹਨਾਂ ਸਾਰਿਆਂ ਦੇ ਅੰਦਰ ਆਪ ਦੇਖੋਗੇ ਜਿਵੇਂ ਜਿਵੇਂ ਕੋਈ ਭਾਵੇਂ ਉਹ ਰੈਵੋਲੂਸ਼ਨਰੀ ਸਾਈਡ ਤੋਂ ਆਏ, ਭਾਵੇਂ ਐਵੋਲੂਸ਼ਨਰੀ ਸਾਈਡ ਤੋਂ ਆਏ, ਉਹਨਾਂ ਦੇ ਅੰਦਰ ਜਿਹੜਾ ਕੌਨਸੈਪਟ ਆਇਆ ਜੋ ਧਰਮ ਹੈ, ਉਦੋਂ ਹੀ ਉਹਦੀ ਕਰਪਟ ਹੋਣ ਦੀ ਐਬਿਲਿਟੀ ਵੱਧ ਗਈ ਜਦੋਂ ਬੰਦੇ ਨੇ ਆਪਣੀ ਸੋਚ ਮੁਤਾਬਕ ਇਸ਼ਟ ਨੂੰ ਘੜਿਆ। ਜੇ ਕਿਤੇ ਚਰਚ ਸਟੇਟ ਦੇ ਕੌਨਸੈਪਟ ਨੂੰ ਪੜ੍ਹਦੇ ਹਾਂ ਅਸੀਂ ਯੂਰਪ ਦੇ ਵਿੱਚ, ਤਾਂ ਫਿਰ ਪਤਾ ਲੱਗਦਾ ਕਿ ਹਾਂ ਉਹ ਕਿਵੇਂ ਸਟੇਟ ਨੂੰ ਸਪੋਰਟ ਕਰਦਾ ਸਾਰਾ ਰੱਬ ਦਾ ਕੌਨਸੈਪਟ। ਅਤੇ ਫਿਰ ਇਕੱਲਾ ਉਹ ਨਹੀਂ ਗਾ, ਜਿਹੜਾ ਇਸ਼ਟ ਹੈ ਉਹ ਵੀ ਉਸੇ ਲੈਵਲ 'ਤੇ ਆ ਜਾਂਦਾ ਹੈ, ਜਿੱਥੇ ਫਿਰ ਮਾਰਟਨ ਲੂਥਰ ਉਸ ਸਾਰੇ ਦੇ ਸਾਰੇ ਉਸ ਚੀਜ਼ ਨੂੰ ਤੋੜਦਿਆਂ ਹੋਇਆ ਸਾਡੇ ਸਾਹਮਣੇ ਨਜ਼ਰ ਪੈਂਦਾ। ਇੱਕ ਨਵਾਂ ਜਿਹਨੂੰ ਅੱਜ ਦੀ ਤਾਰੀਖ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਚਰਚ ਦਾ ਇੱਕ ਪੂਰਾ ਪਾਰਟ ਹੀ ਇਸ ਲੈਵਲ 'ਤੇ ਆਉਂਦਾ ਜਿਹੜਾ ਇੱਕ ਡਿਸਟਰੈਕਸ਼ਨ ਕ੍ਰੀਏਟ ਕਰਦਾ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਸਮਾਜ ਵਿੱਚ ਰਹੀਆਂ। ਗੁਰਮਤਿ ਨੇ, ਗੁਰੂ ਬਾਬਾ ਜੀ ਨੇ ਸਾਨੂੰ ਕਰਤਾਰੀ ਹਸਤੀ ਜਿਹਨੂੰ ਅਸੀਂ ਓਂਕਾਰ ਕਹਿੰਦੇ ਹਾਂ ਉਹਦੇ ਨਾਲ ਜੋੜਿਆ, ਜੋ ਰੀਅਲ ਆ, ਜੋ ਸਤਨਾਮ ਆ, ਜੋ ਅਸਲੀਅਤ ਆ। ਬਾਕੀ ਤਾਂ ਮੇਰੇ ਤੁਹਾਡੇ ਸਭ ਦੇ ਭੁਲੇਖੇ ਹੀ ਨੇ। ਕੋਈ ਕਹਿੰਦਾ ਕਿ ਪੂਰਬ ਜਨਮ ਜੋ ਪੂਰਬ ਦੇਸ਼ ਰੱਬ ਵਾਸਤਾ ਆ, ਅਤੇ ਕੋਈ ਕਹਿੰਦਾ ਕਿ ਨਹੀਂ ਦੱਖਣ ਦੇਸ਼ ਖੁਦਾ ਵਾਸਤਾ ਆ। ਬਾਬਾ ਜੀ ਨੇ ਕਿਹਾ ਬੰਦੇ ਤੇਰੀ ਸੋਚ ਆ। ਕੋਈ ਕਹਿ ਰਿਹਾ ਰੱਬ ਇਹੋ ਜਿਹੀ ਸ਼ਕਲੋ ਸੂਰਤ ਵਾਲਾ ਆ, ਕੋਈ ਕਹਿ ਰਿਹਾ ਇਹੋ ਜਿਹੀ ਸ਼ਕਲੋ ਸੂਰਤ ਵਾਲਾ ਆ। ਮਹਾਰਾਜ ਕਹਿੰਦੇ ਨਹੀਂ, ਅਸਲ 'ਚ ਨਰ ਹਰ ਹੈ, ਮਨੁੱਖ ਦੇ ਵਿੱਚ ਮਨੁੱਖ ਬਣ ਕੇ ਵਰਤਦਾ ਆ, ਮਨੁੱਖ ਨੂੰ ਮਨੁੱਖ ਬਣਨ ਵਾਸਤੇ ਪ੍ਰੇਰਦਾ ਆ, ਮਨੁੱਖ ਨੂੰ ਮਨੁੱਖ ਬਣਨ ਵਿੱਚ ਮਦਦਗਾਰ ਹੁੰਦਾ ਆ। ਸੋ ਉਸ ਦੀ ਬਾਤ ਕੀਤੀ, ਉਹਦਾ ਜਪਨ ਕਰ, ਉਹਦਾ ਆਰਾਧਨ ਕਰ। ਧਰਮ ਦੇ ਨਾਂ ਦੇ ਉੱਤੇ ਵੀ ਕਿਤੇ ਭਟਕ ਨਾ ਜਾਈ, ਕਿਉਂਕਿ ਇਹ ਪੋਸੀਬਿਲਿਟੀ ਹੈ। ਕਹਿੰਦੇ ਨੇ ਧਰਮ ਅਤੇ ਭਰਮ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ, ਬਹੁਤ ਇੱਕ ਫਾਈਨ ਜੀ ਲਾਈਨ ਆ ਜਿਹਨੂੰ ਬੰਦਾ ਕਦੀ ਵੀ ਕ੍ਰਾਸ ਕਰ ਸਕਦਾ। ਧਰਮ ਪਾਲਦਾ ਬੰਦਾ ਭਰਮ ਦੀ ਦੁਨੀਆ ਚਲਾ ਜਾਂਦਾ, ਅਤੇ ਕਈ ਵਾਰੀ ਭਰਮ ਦੀ ਦੁਨੀਆ 'ਚ ਪਿਆ ਹੋਇਆ ਜੇ ਬਹੁਤ ਦਿਆਨਤਦਾਰ ਹੋਏ ਤਾਂ ਕਈ ਵਾਰੀ ਧਰਮ ਲੱਭ ਜਾਂਦਾ। ਇੱਥੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹੋ ਮੇਰੇ ਮਨਾ ਤੂੰ ਨਰਹਰ ਨੂੰ ਜਪਣਾ ਹੈ, ਉਹਦਾ ਨਾਮ ਜਪਣਾ ਹੈ ਜਿਹੜਾ ਤੈਨੂੰ ਮਨੁੱਖ ਬਣਨ ਦੇ ਵਿੱਚ, ਮਨੁੱਖ ਦੇ ਗੁਣ ਧਾਰਨ ਕਰਨ ਵਿੱਚ ਮਦਦ ਕਰੇ। ਇਹੋ ਜਿਹੀ ਵਿਚਾਰਧਾਰਾ, ਇਹੋ ਜਿਹੀ ਆਈਡੀਓਲੋਜੀ ਨੂੰ ਤੂੰ ਅਡਾਪਟ ਅਤੇ ਐਕਸੈਪਟ ਕਰਨਾ ਹੈਗਾ। ਮਨਾ ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ, ਜਨ ਉੱਪਰ ਕਿਰਪਾ ਪ੍ਰਭ ਧਾਰੀ। ਫਿਰ ਗੁਰੂ ਸਾਹਿਬ ਜਨ ਦਾ ਵੀ ਬੜੀ ਡਿਟੇਲਡ ਬਾਤ ਹੋਈ ਸੀਗੀ, ਜਿਹਨੇ ਆਪਣੇ ਆਪ ਨੂੰ ਚੀਨ ਲਿਆ, ਜਾਣ ਲਿਆ। ਅਤੇ ਜਾਣਨ ਦੇ ਮਾਇਨੇ ਦੋ ਹੀ ਹੁੰਦੇ ਨੇ, ਇੱਕ ਤਾਂ ਬੰਦਾ ਆਪਣੀਆਂ ਵੀਕਨੈਸਿਸ ਸਮਝ ਜਾਂਦਾ ਬੜੀ ਜਲਦੀ ਜੇ ਐਫਰਟ ਪਾਏ, ਅਤੇ ਦੂਸਰਾ ਆਪਣੀਆਂ ਸਟਰੈਂਥਸ। ਜਿਸ ਨੂੰ ਇਹ ਪਤਾ ਲੱਗ ਗਿਆ ਕਿ ਮੈਨੂੰ ਕਿਸ ਸੋਚ ਅਤੇ ਲਹਿਜੇ 'ਚ ਕੰਮ ਕਰਨ ਦੀ ਲੋੜ ਆ, ਮੇਰੇ ਵਿਹਾਰ 'ਚ ਕਿੱਥੇ ਕਿੱਥੇ ਇੰਪਰੂਵਮੈਂਟ ਹੋਣ ਦੀ ਲੋੜ ਆ, ਜਿਹਨੂੰ ਵੀ ਪਤਾ ਲੱਗ ਗਿਆ
ਕੁਝ ਮੇਰੇ ਅੰਦਰ ਕੁਦਰਤ ਨੇ ਇਹੋ ਜਿਹਾ ਸੁਭਾਅ, ਇਹੋ ਜਿਹੇ ਗੁਣ ਬਖਸ਼ੇ ਜਿਹੜੇ ਮੈਨੂੰ ਪ੍ਰੀਜ਼ਰਵ ਕਰਕੇ ਰੱਖਣੇ ਚਾਹੀਦੇ ਨੇ। ਸੋ ਇਹ ਹੈ ਜਨ। ਇਹੋ ਜਿਹੇ ਜਨ ਦੀ ਭਾਵ ਨੂੰ ਬਿਆਨ ਕਰਦਿਆਂ ਹੋਇਆ ਮਹਾਰਾਜ ਕਹਿੰਦੇ, ਜਨ ਉੱਪਰ ਕਿਰਪਾ ਪ੍ਰਭਤਾਰੀ, ਤੇਰਾ ਤਰਸਿਆ ਮਿਲ ਸਤਿਗੁਰੂ ਪਾਰ ਪਰਾ। ਤੇ ਹੋ ਸਕਦਾ ਹੈ ਮੈਂ ਇਸ ਲੈਵਲ ਤੇ ਅਵੇਅਰ ਨਾ ਹੁੰਦਾ। ਗੁਰੂ ਰਾਮਦਾਸ ਸਾਹਿਬ ਕਹਿੰਦੇ, ਇਹ ਮੇਰੇ ਸਤਿਗੁਰੂ ਨੇ ਮੁਝ ਅਦਨੇ ਮਨੁੱਖ ਨੂੰ ਆਪਣੇ ਨਾਲ ਮਿਲਾ ਲਿਆ, ਆਪਣੀ ਐਸੋਸੀਏਸ਼ਨ ਦੇ ਜ਼ਰੀਏ, ਆਪਣੀ ਸਾਂਝ ਦੇ ਜ਼ਰੀਏ ਮੇਰੇ ਉੱਤੇ ਇਹ ਤਰਸ ਦਾ ਮਾਦਾ ਕੀਤਾ, ਮੈਨੂੰ ਇਹ ਸਮਝ ਦੇ ਦਿੱਤੀ। ਰਹਾਉ ਦਾ ਬੰਦਿਆ। ਸ਼ੁਰੂਆਤੀ ਪਦ ਇਸ ਪਾਵਨ ਸ਼ਬਦ ਦਾ, ਹਮਰਾ ਚਿਤ ਲੁਭਤ ਮੋਹ ਬਿਖਿਆ ਬਹੁ ਦੁਰਮਤ ਮੈਲ ਪਰਾ। ਹਮਰਾ ਚਿਤ ਲੁਭਤ ਮੋਹ ਬਿਖਿਆ। ਬਿਖਿਆ ਵੈਸੇ ਬਿਖ ਜ਼ਹਿਰ ਨੂੰ ਕਿਹਾ ਜਾਂਦਾ ਹੈ, ਪੋਇਜ਼ਨ। ਬੰਦੇ ਦੇ ਅੰਦਰ ਜਿਹੜੀ ਬਿਰਤੀ ਹੈ, ਵੈਸੇ ਤਾਂ ਅਸੀਂ ਬੜੇ ਸਿਆਣੇ ਹਾਂ, ਬੜੇ ਕਲੇਮ ਵੀ ਕਰਦੇ ਹਾਂ ਕਿ ਸਾਨੂੰ ਬਹੁਤ ਕੁਝ ਪਤਾ ਆ, ਪਰ ਜਿੱਥੇ ਕਿਤੇ ਵਾਕਿਆ 'ਚ ਚੋਣ ਕਰਨ ਦੀ ਗੱਲ ਆਉਂਦੀ ਏ, ਵਿਵੇਕ ਕਈ ਵਾਰੀ ਉਸ ਲੈਵਲ 'ਤੇ ਮਦਦਗਾਰ ਨਹੀਂ ਹੁੰਦਾ। ਜਿਵੇਂ ਸਪੋਜ਼ ਸਿੰਪਲ ਕੀਤਾ ਜਾਏ, ਬਲੈਕ ਐਂਡ ਵਾਈਟ ਚੂਜ਼ ਕਰਨਾ ਹੋਏ ਈਜ਼ੀ ਹੁੰਦਾ ਹੈ, ਬਹੁਤ ਔਖਾ ਨਹੀਂਗਾ। ਬਟ ਬਿਟਵੀਨ ਟੂ ਵਾਈਟਸ ਚੂਜ਼ ਕਰਨਾ ਹੋਏ ਇਹ ਹਾਰਡ ਹੋ ਜਾਏਗਾ। ਬਿਟਵੀਨ ਟੂ ਬਲੈਕ ਚੂਜ਼ ਕਰਨਾ ਹੈਗਾ, ਉਸ ਤੋਂ ਵੀ ਹਾਰਡ ਹੋ ਜਾਏਗਾ। ਸੋ ਇੱਥੇ ਜਾ ਕੇ ਜਿਹੜੀ ਦਿੱਕਤ ਆਉਂਦੀ ਹੈ, ਜੇ ਪਦਾਰਥ ਪੱਖ ਤੋਂ ਦੇਖੀਏ ਤਾਂ ਸਾਡਾ ਵਿਵੇਕ ਕਾਫੀ ਕੰਮ ਕਰਦਾ ਹੈ। ਸਾਨੂੰ ਪਤਾ ਹੈ ਬਾਜ਼ਾਰ ਤੋਂ ਕੋਈ ਚੀਜ਼ ਖਰੀਦਣ ਜਾਂਦੇ ਹਾਂ ਤਾਂ ਅਸੀਂ ਇਹ ਅਹਿਸਾਸ ਕਰਦੇ ਹਾਂ ਕਿ ਇਜ਼ ਇਟ ਵਰਥ ਟੂ ਸਪੈਂਡ ਦੈਟ ਮਚ ਮਨੀ ਔਨ these type of products or this specific products or ਆਹ ਚੀਜ਼ 'ਤੇ ਔਰ ਇਸ ਚੀਜ਼ 'ਤੇ, ਇਹਦਾ ਪਤਾ ਹੁੰਦਾ ਸਾਨੂੰ ਪੂਰਾ। ਅਸੀਂ ਆਪਣੇ ਜਿਹੜੀ ਹਾਰਡ ਕੋਰ ਅਰਨ ਮਨੀ ਹੈਗੀ ਉਹਦੇ ਉੱਤੇ ਅਸੀਂ ਕਹਿੰਦੇ ਹਾਂ ਕਿ ਅਸੀਂ ਗੁਆਉਣੀ ਨਹੀਂ ਗਈ। ਵਿਵੇਕ ਕੰਮ ਕਰਦਾ ਹੈ। ਇਹਨੂੰ ਮੈਂ ਕਈ ਵਾਰੀ ਐਗਜ਼ਾਮਪਲ 'ਚ ਪਾ ਕੇ ਕਹਿਣਾ, ਤੁਸੀਂ ਕੋਈ ਸ਼ਖਸ ਨਹੀਂ ਦੇਖਿਆ ਹੋਣਾ ਬਾਜ਼ਾਰ ਤੋਂ ਬਦਾਮ ਲੈ ਕੇ ਆਵੇ ਅਤੇ ਬਦਾਮਾਂ ਦੀਆਂ ਜਿਹੜੀਆਂ ਉੱਪਰਲੀਆਂ ਡਾਡੀਆਂ ਛਿੱਲੜਾਂ ਹੁੰਦੀਆਂ ਨੇ ਉਹ ਸਾਰੀਆਂ ਤੋੜ ਕੇ ਪੀਹ ਕੇ ਅਤੇ ਪੰਜੀਰੀ ਬਣਾ ਕੇ ਖਾਵੇ, ਅਤੇ ਜਿਹੜੀਆਂ ਉਹਦੀਆਂ ਗਿਰੀਆਂ ਨੇ ਉਹ ਗਾਰਬੇਜ ਕਰ ਦੇ ਨਾ। ਉਹਨੂੰ ਪਤਾ ਆ, ਵਿਵੇਕ ਆ, ਆਹ ਰੱਖਣ ਯੋਗ ਹੈ, ਆਹ ਸੱਟਣ ਯੋਗ ਹੈ। ਤੁਸੀਂ ਇਹ ਜਿਹੜੀ ਚੀਜ਼ ਆ, ਇਹ ਵਿਵੇਕ ਦਾ ਕੰਮ ਆ, ਇਹ ਚੋਣ ਕਰਨੀ। ਜਦੋਂ ਸੰਸਾਰੀ ਤੌਰ 'ਤੇ ਅਸੀਂ ਦੇਖਦੇ ਹਾਂ ਅਤੇ ਇਹ ਚੋਣ ਜਦੋਂ ਵਿਹਾਰਕ ਰੂਪ ਵਿੱਚ ਆਉਂਦੀ ਹੈ, ਸਪੋਜ਼ ਬਹੁਤ ਮਤਲਬ ਮਹੀਮ ਲੈਵਲ 'ਤੇ ਗੱਲ ਕਰੀਏ, we all get so many thoughts, so many ideas, so many actually you can say different source of information, ਔਰ ਉਸ ਚੀਜ਼ਾਂ ਸਾਡੇ ਅੰਦਰ ਆਉਂਦੀਆਂ ਨੇ। ਵਿਵੇਕ ਕਈ ਵਾਰੀ ਕੰਮ ਹੀ ਨਹੀਂ ਕਰਦਾ ਉੱਥੇ। ਆਹ ਵਿਚਾਰ ਸੁਣਨ ਯੋਗ ਹੈ, ਆਹ ਵਿਚਾਰ ਨਹੀਂ ਸੁਣਨ ਯੋਗ, ਆਹ ਵਿਚਾਰ ਰੱਖਣ ਯੋਗ ਹੈ, ਆਹ ਵਿਚਾਰ ਨਹੀਂ ਰੱਖਣ ਯੋਗ। ਇੱਥੇ ਬੰਦਾ ਜ਼ਹਿਰ ਖਾਂਦਾ ਹੈ। ਵਿਖਿਆ ਕੁਝ ਹੋਰ ਨਹੀਂ ਗਈ। ਵਿਖਿਆ ਬੰਦੇ ਦੇ 'ਚ ਇੱਕ ਤਾਂ ਸਿੱਧਾ ਪੋਇਜ਼ਨ ਤੁਸੀਂ ਖਾਧਾ, ਫਿਜ਼ੀਕਲੀ ਬੰਦਾ ਡੈਡ ਹੋ ਗਿਆ, ਪਰ ਬੰਦਾ ਫਿਜ਼ੀਕਲੀ ਤਾਂ ਜਿਉਂਦਾ ਤੁਰਿਆ ਫਿਰਦਾ ਹੈ, ਪਰ ਅਕਲ ਦੇ ਤੌਰ 'ਤੇ ਮਰ ਗਿਆ, ਉਹ ਮਨ ਦੇ ਤੌਰ 'ਤੇ ਮਰ ਗਿਆ, ਆਤਮਾ ਦੇ ਤੌਰ 'ਤੇ ਮਰ ਗਿਆ। ਮਤਲਬ ਕੁਝ ਹੋਰ ਜ਼ਹਿਰ ਖਾ ਲਿਆ ਉਹਨੇ। ਉਹ ਵਿਖਿਆ ਜਿਹੜੀ ਹੈ ਅਤੇ ਉਹਨੂੰ ਡਿਟੈਕਟ ਕਰਨਾ ਵੀ ਬੜਾ ਹਾਰਡ ਆ। ਇਸ ਲੈਵਲ 'ਤੇ ਬੰਦੇ ਨੂੰ ਫਿਰ ਗੁਰੂ ਚਾਹੀਦਾ ਹੈ, ਫਿਰ ਮਾਸਟਰ ਚਾਹੀਦਾ ਹੈ, ਜਿਹੜਾ ਇਹ ਦੱਸ ਸਕੇ ਕੀ ਜ਼ਹਿਰ ਹੈ, ਕੀ ਅੰਮ੍ਰਿਤ ਹੈ। ਵੈਸੇ ਜੇ ਹੋਰ ਨੂੰ ਸਿੰਪਲ ਲਹਿਜੇ ਨਾਲ ਦੇਖਣਾ ਹੋਏ ਤਾਂ ਗੁਰੂ ਮਹਾਰਾਜ ਦੀ ਬਾਣੀ ਕਹਿੰਦੀ ਹੈ, ਸਾਕਤ ਕੀ ਬਿਦ ਨੈਨੋ ਡੀਠੀ ਅੰਮ੍ਰਿਤ ਕੌਰਾ ਵਿਖਿਆ ਮੀਠੀ। ਸਾਕਤ ਨੂੰ ਮੈਂ ਅੱਖੀਂ ਦੇਖਿਆ, ਗੁਰੂ ਸਾਹਿਬ ਕਹਿੰਦੇ, ਉਸ ਨੂੰ ਅੰਮ੍ਰਿਤ ਅਤੇ ਵਿਖਿਆ ਦੋਨੋਂ ਪਿਆਲੇ ਪਾ ਕੇ ਦੇ ਦਿਓ, ਉਹ ਅੰਮ੍ਰਿਤ ਦੇ ਮੁਕਾਬਲੇ ਵਿਖਿਆ ਖਾਏਗਾ। ਇਸ ਨੂੰ ਅਸੀਂ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇਸੇ ਮੈਚਿਓਰਿਟੀ ਦੀ ਵੀ ਇੱਕ ਇਹਦੇ 'ਚ ਪਰਖ ਹੁੰਦੀ ਹੈ ਬੰਦੇ ਦੀ। ਬੱਚਾ ਆ, ਉਸ ਨੂੰ ਤੁਸੀਂ 5-7 ਸਾਲ ਦਾ ਬੱਚਾ ਹੋਏ, ਉਹਨੂੰ ਕੋਕ ਅਤੇ ਦੁੱਧ ਦੋ ਵੱਖਰੇ ਗਲਾਸਾਂ 'ਚ ਪਾ ਕੇ ਦਿਓ, ਕੀ ਸੋਚਦੇ ਹੋ ਕੀ ਚੂਜ਼ ਕਰੇਗਾ ਉਹ? ਡੈਫੀਨੇਟਲੀ ਦੁੱਧ ਨਹੀਂ ਚੂਜ਼ ਕਰੇਗਾ। ਤੁਸੀਂ ਕੈਂਡੀ ਅਤੇ ਬ੍ਰੈਡ ਦੋਵੇਂ ਰੱਖੋ ਸਾਹਮਣੇ, ਕੀ ਚੂਜ਼ ਕਰੇਗਾ ਉਹ? ਡੈਫੀਨੇਟਲੀ ਬ੍ਰੈਡ ਨਹੀਂ ਚੂਜ਼ ਕਰੇਗਾ। ਥੋੜ੍ਹਾ ਹੋਰ ਵੱਡਾ ਹੋ ਜਾਏ, ਜਦੋਂ ਪਤਾ ਲੱਗ ਜੇ ਕਿ ਹੈਲਥ ਕੌਨਸ਼ੀਅਸ ਹੋ ਗਿਆ ਵੀ ਨਹੀਂ 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 ਇਹ ਨਹੀਂ, ਇਹਦਾ ਇਨਟੇਕ ਨਹੀਂ ਕਰਨਾ, ਇਹ ਚੀਜ਼ ਨਹੀਂ ਲੈਣੀ। ਐਗਜ਼ੈਕਟਲੀ ਵਿਚਾਰਾਂ ਦੇ ਲੈਵਲ 'ਤੇ ਇੱਕ ਮੈਚਿਓਰਿਟੀ ਆਉਂਦੀ ਹੈ।
ਤੇ ਇਹ ਗੁਰੂ ਦੀ ਸੰਗਤ ਵਿੱਚੋਂ ਹੀ ਆਉਂਦੀ ਹੈ, ਵੈਸੇ ਨਹੀਂ ਆਉਂਦੀ। ਕਿਉਂਕਿ ਜੇ ਲਿਟਰੇਚਰ ਪੜ੍ਹਦੇ ਆ ਤੇ ਸ਼ੇਖ ਸਾਦੀ ਲਿਖਦਾ ਹੈ, ਬਜ਼ੁਰਗੀ ਬਾ ਅਕਲ ਨਾ ਬਸਾਲ। ਬੰਦਾ ਸੋਚੇ ਮੈਂ ਬਜ਼ੁਰਗ ਹੋ ਜਾਵਾਂਗਾ, ਬਜ਼ੁਰਗ ਮੀਨਸ ਸਿਆਣਾ, ਮਤਲਬ ਸਿੰਸੀਅਰ ਡਿਸੀਜਨ ਮੇਕਰ ਕਹਿ ਲਓ, ਮਤਲਬ ਮੈਚਿਓਰ ਕਹਿ ਲਓ। ਕਿਆ ਕਿ ਮੈਂ ਸਾਲਾਂ ਨਾਲ ਹੋ ਜਾਵਾਂਗਾ? ਸ਼ੇਖ ਸਾਦੀ ਕਹਿੰਦਾ ਝੂਠ ਹੈ, ਸਾਲਾਂ ਨਾਲ ਕਦੀ ਕੋਈ ਮੈਚਿਓਰ ਨਹੀਂ ਹੁੰਦਾ। ਬਜ਼ੁਰਗੀ ਬਾ ਅਕਲ, ਇਹ ਤੇ ਅਕਲ ਦਰਿਆਫਤ ਆ। ਜੇ ਅਕਲ ਹੋਏਗੀ ਤੇ ਉਹ ਸੀਰੀਅਸ ਲੈਵਲ, ਉਹ ਸਿੰਸੀਅਰ ਲੈਵਲ ਆਵੇਗਾ। ਅਦਰਵਾਈਜ਼ ਬੰਦਾ ਅਣਜਾਣ ਹੀ ਰਹੇਗਾ। ਸੋ ਇੱਥੇ ਅਣਜਾਣਪੁਣੇ ਦੇ ਵਿੱਚ ਵਿਖਿਆ ਐਸੇ ਵਿਚਾਰ ਜਿਨ੍ਹਾਂ ਨੂੰ ਦਰਵਾਜ਼ੇ 'ਚੋਂ ਅੰਦਰ ਐਂਟਰੀ ਨਾ ਹੋਏ, ਫਿਲਟਰ ਹੀ ਐਸਾ ਲਾਇਆ ਹੋਏ, ਸੁਣਨ ਨੂੰ ਚਾਰ ਚੁਫੇਰੇ ਜੋ ਆਇਆ ਸੁਣ ਲਿਆ, ਜੋ ਆਇਆ ਉਹ ਪੜ੍ਹ ਲਿਆ, ਪਰ ਅੰਦਰ ਕੀ ਲੈ ਕੇ ਜਾਣਾ ਹੈ? ਆਪ ਸੰਸਾਰ ਵਿੱਚ ਵਿਚਰਦੇ ਹੋ, ਸਪੋਜ਼ ਕਰੋ ਤੁਸੀਂ, ਤੇ ਦੇਖੋ ਚੀਜ਼ਾਂ ਹੈਗੀਆਂ ਇਸ ਰੂਪ ਦੇ ਵਿੱਚ। ਬੰਦਾ ਕਹਿੰਦਾ ਭਾਈ ਸਾਹਿਬ ਈਅਰਸ ਆਰ ਆਲਵੇਜ਼ ਓਪਨ, so I cannot have any control. Whatever actually is coming toward me, I'm actually grabbing it, I'm actually perceiving it. ਮੈਂ ਕਿਹਾ no, that's not the actually excuse. If you are a little bit aware, ਹੁਣ ਕੋਈ ਸਮੈਲ ਆ, ਤੁਸੀਂ ਕਿਤੋਂ ਲੰਘ ਰਹੇ ਹੋ, ਤੁਹਾਨੂੰ ਸਮੈਲ ਜਿਹੜੀ ਹੈਗੀ ਉਹ ਵਾਜਬ ਨਹੀਂ ਲੱਗਦੀ, ਕੀ ਕਰੋਗੇ? You gonna leave that place right way. ਤੁਸੀਂ ਕਹੋਗੇ ਭਾਈ ਆਪਾਂ ਇੱਥੇ ਠਹਿਰਨਾ ਹੀ ਨਹੀਂਗਾ, ਆਪਾਂ ਜਗ੍ਹਾ ਬਦਲ ਜਾਣੀ ਹੈ। ਹੁਣ ਕੀ ਹੈ, ਕਿਉਂਕਿ ਉਹ ਲੱਗਦਾ ਹੈ ਕਿ ਨਹੀਂ ਇਹ ਜਿਹੜੀ ਹੈ ਮੈਨੂੰ ਅਨਕੰਫਰਟ ਫੀਲ ਕਰਾਉਂਦੀ ਹੈ। ਪਰ ਜੇ ਥੋੜ੍ਹਾ ਹੋਰ ਪਤਾ ਲੱਗ ਜਾਏ ਕਿ ਇਹ ਚੀਜ਼ ਹੁਣ ਤੇ ਅਨਕੰਫਰਟੇਬਲ ਫੀਲ ਨਹੀਂ ਕਰਾਉਂਦੀ, ਜਿਵੇਂ ਹੌਲੀ ਹੌਲੀ ਕਰਕੇ ਲੋਕਾਂ ਨੂੰ ਸਮਝ ਆ ਰਹੀ ਹੈ। ਅਦਰਵਾਈਜ਼ ਜਿਹੜੇ ਰੂਮ ਫਰੈਸ਼ਨਰਸ ਵਗੈਰਾ ਹੁੰਦੇ ਸੀਗੇ, ਸਾਡੇ ਹੀ ਲੋਕ 80s 90s ਦੇ ਚਾਹੇ ਹੋਏ ਲੋਕ ਬਹੁਤ ਯੂਜ਼ ਕਰਦੇ ਹੁੰਦੇ ਸੀ। ਹੌਲੀ ਹੌਲੀ ਜਿਵੇਂ ਡਾਕਟਰਸ ਨੇ ਅਵੇਅਰ ਕੀਤਾ ਬੱਚਿਆਂ ਨੂੰ ਇਹ ਤੋਂ ਐਲਰਜੀ ਬਹੁਤ ਹੁੰਦੀ ਹੈ, ਵੱਡਿਆਂ ਨੂੰ ਐਲਰਜੀ ਹੋ ਜਾਂਦੀ ਹੈ, ਇਹਦੇ ਨਾਲ ਫਿਰ ਲੌਂਗ ਰਨ ਦੇ ਵਿੱਚ ਜਿਹੜਾ ਹੈਗਾ ਤੁਹਾਡੇ ਨੇਜ਼ਲ ਇਫੈਕਟਸ ਜਿਹੜੇ ਨੇ ਉਹ ਖਰਾਬ ਹੋ ਜਾਂਦੇ ਨੇ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਹੁੰਦੀਆਂ ਨੇ, ਇਹੋ ਜਿਹੀਆਂ ਚੀਜ਼ਾਂ ਬਾਤ ਕਈਆਂ ਹੁਣ ਬਹੁਤ ਘੱਟ ਯੂਜ਼ ਕਰਨਾ ਸ਼ੁਰੂ ਕੀਤਾ। ਅਗਲੇ ਪੜਾਅ ਵਿੱਚ ਤੁਸੀਂ ਦੇਖੋਗੇ, ਹਾਲਾਂਕਿ ਉਹ ਫ੍ਰੈਗਰੈਂਸ ਹੀ ਫੈਲਾਉਂਦੇ ਨੇ, ਖੁਸ਼ਬੂ ਹੀ ਫੈਲਾਉਂਦੇ ਨੇ, ਪਰ ਪਤਾ ਲੱਗ ਗਿਆ ਵੀ ਡੈਮੇਜ ਕਰਦੇ ਨੇ, ਬੋਡੀ ਵਾਸਤੇ ਹਾਰਮਫੁਲ ਨੇ। ਸੋ ਇਨ ਬਿਨ ਬਹੁਤ ਸਾਰੀਆਂ ਐਸੀਆਂ ਆਰਾਮਾਂ, ਵਿਚਾਰ, ਖਿਆਲ ਜਿਹੜੇ ਬੜੇ ਮਲੰਮੇ ਦੇ ਵਿੱਚ, ਮਤਲਬ ਵਿਸ ਆ, ਜ਼ਹਿਰ ਆ, ਪਰ ਬੜਾ ਸ਼ੂਗਰ ਕੋਟਡ ਆ। ਅੱਜ ਦੀ ਦੁਨੀਆ ਦਾ ਮਿਊਜ਼ਿਕ ਸੁਣੋ ਤੁਸੀਂ, ਕਮਾਲ ਹੈ। ਮਤਲਬ ਜੇ ਆਪਾਂ ਸੌਰੀ ਟੂ ਸੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇਖੋਗੇ, ਕੈਸੇ ਉਹ ਮਤਲਬ ਧੁਨਾਂ ਵਜਾਉਂਦੇ ਨੇ, ਕਮਾਲ ਹੀ ਕਰ ਦਿੰਦੇ ਨੇ, ਕੈਸੀਆਂ ਤਰਜ਼ਾਂ ਬਣਾਉਂਦੇ ਨੇ। ਪਰ ਉਹ ਸਾਰੇ 'ਚ ਜਦੋਂ ਜੋ ਪਾਇਆ ਜਾਂਦਾ ਹੈ, ਦੋ ਤਿੰਨ ਚੀਜ਼ਾਂ ਹੀ ਨੇ ਬਸ। ਨੰਬਰ 1 ਜਾਤੀ ਸੂਚਕ ਚੀਜ਼ਾਂ, ਜਿਹਦੇ ਨਾਲ ਗੁਰਮਤ ਗਾੜੀ ਰਾਹ ਦੀ ਸਿੱਧੀ ਵਿਰੋਧਤਾ ਹੈ। ਮਤਲਬ ਮੱਥਾ ਉਹਨੂੰ ਟੇਕਦੇ ਆ ਜਿਹੜੀ ਇਹ ਕਹਿੰਦੀ ਵੀ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ। ਮਤਲਬ ਤੈਨੂੰ ਸਿੱਧੇ ਤੌਰ ਤੇ ਕਿਹਾ ਗਿਆ ਵੀ ਜੇ ਤੂੰ ਆਹ ਸੂਚਕ ਵਰਡ ਆਪਣੇ ਨਾਲ ਕਹਿਣਾ ਨਾ, ਤੇਰੇ ਤੋਂ ਵੱਡਾ ਮੂਰਖ ਕੋਈ ਨਹੀਂਗਾ। ਤੁਸੀਂ ਅਹਿਸਾਸ ਕਰੋ, ਪਰ ਬੰਦੇ ਨੂੰ ਕੋਈ ਅਵੇਅਰਨੈਸ ਨਹੀਂ ਇਹਦੇ ਬਾਰੇ। ਦੂਸਰਾ ਨਸ਼ਾ, ਜਿਹੜੀ ਚੀਜ਼ ਬਾਣੀ ਵੀ ਕਹਿ ਰਹੀ ਹੈ ਵੀ ਇਹ 'ਚ ਕੁਛ ਨਹੀਂ ਕੱਢਣ ਪਾਉਣ ਨੂੰ ਹੈਗਾ, ਪਰ ਉਹ ਚੀਜ਼ ਪ੍ਰਮੋਟ ਕੀਤੀ ਜਾ ਰਹੀ ਹੈ ਲਗਾਤਾਰ। ਤੀਸਰੀ ਵਾਇਲੈਂਸ, ਬੁਰਛਾਗਰਦੀ। ਤਿੰਨੇ ਚੀਜ਼ਾਂ ਹੀ ਉਸ ਮਤਲਬ ਸ਼ੂਗਰ ਕੋਟਡ ਵੇ ਦੇ ਨਾਲ ਉਸ ਮਿਊਜ਼ਿਕ ਵਿੱਚ ਲਬਰੇਜ਼ ਕਰਕੇ ਚਾਸ਼ਣੀ 'ਚ ਪਾ ਕੇ ਦਿੱਤਾ ਜਾ ਰਿਹਾ। ਤੇ ਇਹ ਨਹੀਂ ਕਿ ਉਹ ਲੋਕ ਮਤਲਬ ਉਹਨਾਂ ਦਾ ਕੈਲੀਬਰ ਨਹੀਂ ਹੈਗਾ, ਲਫ਼ਜ਼ਾਂ ਦੇ ਹੇਚ ਮੇਚ ਮੇਚਣੇ ਕੋਈ ਛੋਟੀ ਗੱਲ ਹੈ, ਕੁੰਡੀਆਂ ਮੇਚ ਦਿੰਦੇ ਨੇ। ਜਿਸ ਤਰੀਕੇ ਦੇ ਨਾਲ ਉਹ ਲਫ਼ਜ਼ਾਂ ਨੂੰ ਮਾਪ ਤੋਲ ਕੇ ਤੇ ਪੂਰੇ ਉਸ ਮਿਊਜ਼ੀਕਲ ਗੁਲਦਸਤੇ 'ਚ ਪਾ ਕੇ ਇੱਕ ਪੂਰਾ ਦਾ ਪੂਰਾ ਜਿਹੜਾ ਹੈਗਾ ਉਹਦੀ ਪ੍ਰੈਜੈਂਟੇਸ਼ਨ ਲੈ ਕੇ ਆਉਂਦੇ, ਸੁਣਨ ਵਾਲਾ ਮਿਸਮਰਾਈਜ਼ ਹੋ ਜਾਂਦਾ, ਕਮਲਾ ਹੋ ਜਾਂਦਾ। ਇਹ ਪਰ ਡੀਪ ਲੈਵਲ ਤੇ ਦੇਖੋਗੇ ਹੈ ਕੀ ਹੈ, ਜ਼ਹਿਰ ਹੈ। ਇਹਦੇ ਵਿੱਚੋਂ ਹੋਰ ਕੁਝ ਵੀ ਨਹੀਂ ਨਿਕਲੇਗਾ ਸਿਵਾਏ ਬੰਦੇ ਦੀ ਬਰਬਾਦੀ ਤੋਂ। ਜੇ ਆਪਾਂ ਦੇਖੀਏ ਅਰਾਊਂਡ 60s ਦੇ ਵਿੱਚ, 70s ਦੇ ਵਿੱਚ, ਜਦੋਂ ਐਜੂਕੇਸ਼ਨ ਨਿਗਾਰ ਵਾਲੇ ਪਾਸੇ ਜਾਂਦੀ ਹੈ, ਮਤਲਬ ਇੱਕ ਪਾਸੇ ਤੁਸੀਂ ਦੇਖੋ ਦੁਨੀਆ IT ਵਾਸਤੇ ਤਿਆਰ ਹੋ ਰਹੀ ਹੈ, ਦੁਨੀਆ AI ਵਾਸਤੇ ਤਿਆਰ ਹੋ ਰਹੀ ਹੈ, ਦੁਨੀਆ ਇੱਕ ਨਵੀਂ ਹਾਈਪ ਲਈ ਤਿਆਰ ਹੋ ਰਹੀ ਹੈ। ਸਾਡੇ ਹੀ ਉਸ ਖਿੱਤੇ ਦੇ ਵਿੱਚ ਹੀ ਸਦਨ ਸਾਈਡ ਤੇ ਇਹਦੇ ਬਾਰੇ ਤਿਆਰੀ ਚੱਲ ਰਹੀ ਹੈ ਆਲਰੇਡੀ। ਸਾਡੇ ਉਸ ਜਗ੍ਹਾ ਦੇ ਉੱਤੇ ਪਰਲੇ ਪਾਸੇ ਅਸੀਂ ਦੇਖੀਏ
ਉੱਥੇ ਜਿੰਨੀ ਕਾਲਜ ਲਾਈਫ ਹੈ, ਜਿੰਨੀ ਇਹ ਹਾਇਰ ਐਜੂਕੇਸ਼ਨ ਦਾ ਸਾਰਾ ਸਿਸਟਮ ਆ, ਉਸ ਸਾਰੇ ਦੇ ਵਿੱਚ ਮਤਲਬ ਬਸ ਗੈਂਗਵਾਰ ਤੇ ਇਹੋ ਜਿਹੀਆਂ ਚੀਜ਼ਾਂ ਆ ਰਹੀਆਂ ਨੇ। ਮਤਲਬ ਕਿਸੇ ਦੀ ਹੈਂਕੜ ਭੰਨਣੀ ਹੈ, ਕਿਸੇ ਨੂੰ ਹੈਂਕੜ ਵਿਖਾਉਣੀ ਹੈ, ਇਹ ਚੀਜ਼ਾਂ ਇਸ ਕਿਸਮ ਦੀ ਬੁਰਛਾਗਰਦੀ ਆ ਰਹੀ ਹੈ। ਤੇ ਜੇ ਤੁਸੀਂ ਹੋਰ ਪਿੱਛੇ ਜਾਓਗੇ ਤੇ ਇਹੋ ਜਿਹਾ ਗੀਤਕਾਰੀ, ਇਹੋ ਜਿਹੇ ਲਫ਼ਜ਼ ਅਲਫਾਜ਼, ਇਹ ਚੀਜ਼ਾਂ ਨੇ ਸਭ, ਇਹ ਵਿਖਿਆ ਆ। ਤੇ ਵਿਖਿਆ ਮਿੱਠੀ ਲੱਗਦੀ ਹੈ। ਇਹਦੇ ਮੁਕਾਬਲੇ ਅੰਮ੍ਰਿਤ, ਹੁਣ ਅੰਮ੍ਰਿਤ ਦਾ ਮਤਲਬ ਸਾਡੇ ਵਾਸਤੇ ਤੇ ਬਾਣੀ ਹੈ ਨਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਹੋਰ ਕੀ ਕਵਾਂਗੇ ਇਸਨੂੰ? ਉਹਨੂੰ ਸੁਣ ਕੇ ਗੱਤ ਹੋ ਜਾਂਦੀ ਬੰਦੇ ਦੀ, ਪਰ ਉਹਦੇ ਲਈ ਨਾ ਸਰੋਤ 'ਚ ਜਗ੍ਹਾ, ਨਾ ਅੱਖਾਂ 'ਚ ਜਗ੍ਹਾ, ਅੰਦਰ ਦੀ ਦੁਨੀਆ 'ਚ ਮੈਮਰੀ 'ਚ ਤਾਂ ਜਗ੍ਹਾ ਹੀ ਕਿੱਥੇ ਹੋਏਗੀ। ਸੋ ਉਸ ਲੈਵਲ 'ਤੇ ਬੰਦੇ ਨੂੰ ਇਹ ਪਤਾ ਨਹੀਂ ਗਾ। ਮੈਨੂੰ ਮਹਾਰਾਜ ਕਹਿੰਦੇ ਸਾਕਤ ਕੀ ਬਿਦ ਨੈਨੋ ਡੀਠੀ, ਅੰਮ੍ਰਿਤ ਕੌਰਾ ਵਿਖਿਆ ਮਿੱਠੀ। ਗੁਰੂ ਰਾਮਦਾਸ ਸਾਹਿਬ ਕਹਿੰਦੇ, ਹੇ ਕਰਤਾਰ ਹਮਰਾ ਚਿਤ ਲੁਭਤ ਮੋਹ ਮਾਇਆ, ਸਾਡਾ ਤੇ ਚੇਤੀ ਲੁਭਤ ਉਸ ਪਾਸੇ ਉਹਦਾ ਲੋਭੀ ਹੈ ਵਿਖਿਆ ਦਾ। ਜਿੰਨੀ ਵਿਖਿਆ ਖਾਲੀ ਉਨੀ ਥੋੜ੍ਹੀ ਹੈ। ਇਸ ਪਾਸੇ ਲੱਗ ਜੇ ਸਾਰੀ એનર્ਜੀ, ਉਹ ਤੇ ਐਫਰਟ ਪਾ ਰਹੇ ਆ। ਹਮਰਾ ਚਿਤ ਲੁਭਤ ਮੋਹ ਵਿਖਿਆ, ਬਹੁਤ ਦੁਰਮਤ ਮੈਲ ਭਰਾ, ਤੇ ਥੋੜ੍ਹੀ ਬਹੁਤੀ ਨਹੀਂ, ਬਹੁਤ ਦੁਰਮਤ, ਮਤ ਤੋਂ ਦੂਰੀ ਜਿਹੜੀ ਚੀਜ਼ ਕ੍ਰੀਏਟ ਕਰਦੀ ਹੈ। ਸਪੋਜ਼ ਇਹ ਕਰੋ ਕਿ ਮੈਲ ਦਾ ਮਤਲਬ ਕੀ ਹੁੰਦਾ ਹੈ? ਜਿਹੜੀ ਚੀਜ਼ ਦੋ ਆਬਜੈਕਟਸ ਦੇ ਵਿੱਚ ਆ ਕੇ ਉਹਨਾਂ ਦੀ ਜਿਹੜੀ ਕਨੈਕਟੀਵਿਟੀ ਹੈ ਉਹਨੂੰ ਭੰਨ ਦਿੰਦੀ ਹੈ, ਡਿਸਟੈਂਸ ਕ੍ਰੀਏਟ ਕਰਦੀ ਹੈਗੀ। ਮੈਲ ਦਾ ਮਤਲਬ ਹੀ ਇਹ ਹੁੰਦਾ ਆ। ਸੋ ਜਿਹੜੀ ਦੁਰਮਤ ਆ, ਜਿਹੜੀ ਸਾਡੀ ਅਸਲ ਮੱਤ ਆ, ਅਸਲ ਸੋਝੀ, ਇਹਦੀ ਵਿਵੇਕ ਦੀ ਗੱਲ ਆਪਾਂ ਪਹਿਲਾਂ ਕੀਤੀ, ਉਹਦੇ ਤੋਂ ਸਾਨੂੰ ਦੂਰ ਕਰ ਦਿੰਦੀ ਹੈ। ਤੇ ਦੁਰਮਤ ਵਿੱਚ ਆਏ ਹੋਏ ਬੰਦੇ ਦੇ ਡਿਸੀਜਨ ਵੀ ਕਿਹੋ ਜਿਹੇ ਹੋਣਗੇ, ਕਿਹੋ ਜਿਹੀ ਚੋਣਾਂ ਹੋਣਗੀਆਂ ਜੀਵਨ ਦੀਆਂ, ਆਪ ਅੰਦਾਜ਼ਾ ਲਾ ਸਕਦੇ ਹੈਗੇ ਹੋ। ਗੁਰੂ ਮਹਾਰਾਜ ਬਿਆਨ ਕਰਦੇ ਕਿ ਹੇ ਮਾਲਕ, ਮੇਰੀ ਇਹ ਹਾਲਤ ਹੈ ਬਹੁਤ ਦੁਰਮਤ ਮੈਲ ਭਰਾ, ਫਿਰ ਕਿਆ ਤੁਮਰੀ ਸੇਵਾ ਕਰ ਨਾ ਸਕੈਂ ਪ੍ਰਭ। ਤੇਰੀ ਸੇਵਾ ਤੇ ਪ੍ਰਭੂ ਆਪਾਂ ਕਰ ਹੀ ਨਹੀਂ ਸਕਦੇ। ਐਸੀ ਮੈਲ ਨਾਲ ਭਰਿਆ ਹੋਇਆ ਬੰਦਾ ਕੀ ਸੇਵਾ ਕਰੇਗਾ ਤੇਰੀ? ਹੁਣ ਆਪਾਂ ਹੋਰ ਇਹਨੂੰ ਸਿੰਪਲ ਕਰੀਏ। ਸਪੋਜ਼ ਆਪਾਂ ਗੁਰਦੁਆਰਾ ਸਾਹਿਬ ਹੀ ਬੈਠੇ ਹਾਂ, ਕੋਈ ਸ਼ਖਸ ਆ ਕੇ ਗੁਰਦੁਆਰਾ ਸਾਹਿਬ ਦੇ ਬਾਹਰਲੇ ਫਲੋਰ 'ਤੇ ਕਹੇ ਮੈਂ ਮੱਪ ਕਰਨਾ ਆ, ਮੈਂ ਝਾੜੂ ਕਰਨਾ। ਜੀ ਆਇਆਂ ਨੂੰ ਭਾਈ, ਸਾਂਝਾ ਗੁਰਦੁਆਰਾ, ਸਾਰੇ ਸੇਵਾ ਕਰਦੇ ਨੇ। ਪਰ ਜਿਹੜਾ ਕਰਨ ਵਾਸਤੇ ਆਇਆ ਉਹ ਆਪ ਹੀ ਸਾਰਾ ਮੈਲ ਨਾਲ ਭਰਿਆ ਆ। ਉਹਦੇ ਕੋਲੋਂ ਆਪ ਕੋਲੋਂ ਹੀ ਸਾਰੇ ਦੀ ਸਾਰੀ ਜਿਹੜੀ ਹੈਗੀ ਏ ਉਹ ਡਰਟ ਅਤੇ ਗਰਦ, ਸਾਰੇ ਦਾ ਮੱਡ ਖਿਲਰਿਆ ਚਾਰ ਚੁਫੇਰੇ। ਤੇ ਡੈਫੀਨੇਟਲੀ ਕੋਈ ਸਿਆਣਾ ਬੰਦਾ ਸਾਹਮਣੇ ਦੇਖੇਗਾ ਤੇ ਉਹ ਕਹੇਗਾ ਭਾਈ ਤੂੰ ਨਾ ਫਲੋਰ ਬਾਅਦ ਵਿੱਚ ਸਾਫ਼ ਕਰ ਲਈ, ਪਹਿਲਾਂ ਇੱਕ ਕੰਮ ਕਰ, ਆਪਣਾ ਆਪਾ ਸਾਫ਼ ਕਰ ਲੈ। ਨਾ ਆਇਆ, ਇਹ ਜ਼ਿਆਦਾ ਜ਼ਰੂਰੀ ਹੈ। ਜੇ ਤੂੰ ਆਪ ਹੀ ਨਹੀਂ ਸਾਫ਼ ਹੋਏਗਾ, ਜੇ ਤੂੰ ਆਪਣਾ ਆਪ ਹੀ ਨਹੀਂ ਸਾਫ਼ ਕਰ ਪਾਏਗਾ, ਫਲੋਰ ਕਿੱਥੇ ਸਹਿਤੇ ਹੋਰ ਗੰਦਾ ਹੋ ਜਾਏਗਾ। ਇਹੋ ਚੀਜ਼ ਆ। ਜੇ ਪ੍ਰਭੂ ਦੀ ਸੇਵਾ ਵਿੱਚ ਵੀ ਲੱਗਣਾ ਆ ਤੇ ਘੱਟ ਤੋਂ ਘੱਟ ਸੈਲਫ ਕਲੀਨਜਿੰਗ ਤੇ ਕਰਨੀ ਪਏਗੀ। ਜੇ ਉਹਨੂੰ ਕਲੀਨ ਨਹੀਂ ਕਰਾਂਗੇ, ਜੇ ਉਹਦੇ ਤੇ ਝਾੜੂ ਨਹੀਂ ਫੇਰਾਂਗੇ, ਫਿਰ ਭਾਈ ਕੋਈ ਧਰਮ ਕਰਮ ਦਾ ਕੰਮ ਵੀ ਕਿੱਥੋਂ ਹੋ ਜਾਏਗਾ। ਜਿਵੇਂ ਬਹੁਤ ਸਾਰੇ ਦਾਨਿਸ਼ਮੰਦਾਂ ਨੇ ਇਹੋ ਜਿਹੇ ਬਚਨ ਲਿਖੇ, ਉਹ ਕਹਿੰਦੇ ਬੰਦੇ ਆਪ ਤੇ ਸੁਧਰੇ ਨਹੀਂ ਸੀਗੇ, ਸਮਾਜ ਸੁਧਾਰਨ ਤੁਰ ਪਏ। ਹੋਇਆ ਕਿ ਜਿਹੋ ਜਿਹਾ ਆਪ ਸੀ ਉਹੋ ਜਿਹਾ ਸਮਾਜ ਹੋ ਗਿਆ। ਆਪ ਸੁਧਰੇ ਨਹੀਂ, ਹੋਇਆ ਕਿ ਕਿਆ ਰਾਜਸੀ ਨਿਜ਼ਾਮ ਸੁਧਾਰ ਦੇਣਾ ਹੈ। ਕੈਨੇਡਾ ਦੇ ਵਿੱਚ ਅਸੀਂ ਵੋਟਾਂ ਦੇਖ ਰਹੇ ਹਾਂ, ਮਾਹੌਲ ਚੱਲ ਰਿਹਾ ਸਾਰਾ, ਇਹਦੇ ਵਿੱਚ ਡਿਫਰੈਂਟ ਕਿਸਮ ਦੀਆਂ ਗੱਲਾਂ ਆ ਰਹੀਆਂ ਨੇ। ਲੋਕ ਕਹਿ ਰਹੇ ਨੇ ਸਾਨੂੰ ਇੱਕ ਬੜੀ ਵੱਡੀ ਇੱਥੇ ਰਿਫਾਰਮ ਦੀ ਲੋੜ ਹੈ, ਕਿ ਸਭ ਚੀਜ਼ਾਂ ਦੀ ਲੋੜ ਹੈ। ਪਰ ਗੱਲ ਇਹ ਹੈ ਕਿ ਕੋਈ ਵੀ ਰਿਫਾਰਮ ਆ ਅਲਟੀਮੇਟਲੀ ਤੇ ਲੋਕਾਂ ਦੀ ਪਾਰਟਿਸਪੇਸ਼ਨ ਨਾਲ ਹੀ ਹੋਣਾ ਆ। ਤੇ ਜਿੱਥੇ ਲੋਕਾਂ ਦੀ ਹਾਲਤ ਸੁਧਰੇਗੀ ਨਹੀਂ, ਡੇ ਬਾਈ ਡੇ ਨਿਗਰੇਗੀ, ਮਨੁੱਖ ਆਪਣੇ ਤੌਰ ਤੇ ਆਪਣੇ ਆਪ ਨੂੰ ਸੰਭਾਲੇਗਾ ਨਹੀਂ, ਆਪਣੀ ਮੈਲ ਨੂੰ ਘਟਾਏਗਾ ਨਹੀਂ। ਉਸ ਮੈਲ ਦਾ ਮਤਲਬ ਛੋਟੀਆਂ ਚੀਜ਼ਾਂ ਹੀ ਨੇ। ਸਾਡੇ ਜੀਵਨ ਵਿੱਚੋਂ ਸਵਾਰਥ ਦਾ, ਲਾਲਚ ਦਾ, ਹਵਸ ਦਾ, ਡਰ ਦਾ, ਭੈ ਦਾ, ਇਹੋ ਜਿਹੀ ਮੈਲ ਘਟੇ। ਜਿੱਥੇ ਬੰਦਾ ਇਹਨਾਂ ਸਾਰੀ ਮੈਲ ਨੂੰ ਕੈਰੀ ਕਰਕੇ ਤੁਰਿਆ ਫਿਰਦਾ ਆ, ਤੇ ਉਹਦੇ ਵਿੱਚੋਂ ਫਿਰ ਉਹ ਜਿਹੜਾ ਸਿਸਟਮ ਸਿਰਜੇਗਾ, ਭਾਵੇਂ ਪੋਲੀਟੀਕਲ ਹੋਏ ਭਾਵੇਂ ਸੋਸ਼ਲ ਹੋਏ, ਉਹ ਵੀ ਇਹਦੇ ਨਾਲ ਹੀ ਭਰਿਆ ਹੋਏਗਾ। ਜਿਸ ਡਰ ਦੀ ਪੋਲਿਟਿਕਸ ਕੀਤੀ ਜਾਏਗੀ, ਜਿਹੜੀ ਹੈ ਆਈਡੈਂਟੀਟੀ ਪੋਲਿਟਿਕਸ ਹੋਏਗੀ, ਜਿਹਦੇ ਅੰਦਰ ਜੇ ਅੰਦਰ ਦੀ ਹੇਟ ਆ
ਉਹ ਨਿਕਲੇਗੀ ਬਾਹਰ। ਸਾਡੇ ਨਾਲ ਦੇ ਸੂਬੇ ਦੇ ਵਿੱਚ ਜਿਹੜਾ ਬਿੱਲ C-21 ਹੈ ਸ਼ਾਇਦ, ਉਹਦੇ ਬਾਬਤ ਮਤਲਬ ਕਿੱਥੋਂ ਨਿਕਲਿਆ ਉਹ ਬਿੱਲ? ਕਿਸੇ ਦੇ ਸਿਰ ਕੱਜਣ ਦੇ ਨਾਲ ਜਾਂ ਸਿਰ ਨਾ ਕੱਜਣ ਦੇ ਨਾਲ ਸੋਸਾਇਟੀ 'ਚ ਕਿੰਨਾ ਕੁ ਨੁਕਸਾਨ ਹੋ ਜਾਏਗਾ। ਹੁਣ ਟ੍ਰੈਡੀਸ਼ਨਸ ਦੇ ਵਿੱਚੋਂ ਆਏ ਹੋਏ ਲੋਕ, ਕਿਸੇ ਬਲੀਫ ਸਿਸਟਮ ਨਾਲ ਜੁੜੇ ਹੋਏ ਲੋਕ, ਜਿਨ੍ਹਾਂ ਦੀ ਉਸੇ ਕਿਸਮ ਦੀ ਅਪਬ੍ਰਿੰਗਿੰਗ ਹੈਗੀ, ਉਹ ਸਾਰਾ ਕੁਝ ਉਸ ਰੂਪ ਦੇ ਵਿੱਚ ਹੈ, ਤੇ ਉਹ ਆਪਣੇ ਰੂਟਸ ਨਾਲ ਜੁੜ ਕੇ ਆਪਣੇ ਜੀਵਨ ਨੂੰ ਉਸ ਲੈਵਲ ਤੇ ਮਾਣ ਰਹੇ ਨੇ। ਪਰ ਇਸ ਤਰੀਕੇ ਦਾ ਇੱਕ ਤਰੀਕੇਕਾਰਤਾ ਅਪਣਾਈ ਜਾਏ ਕਿ ਉਹਨਾਂ ਨੂੰ ਨੀਵਾਂ ਵਿਖਾਇਆ ਜਾਏ, ਉਹਨਾਂ ਨੂੰ ਇਹ ਦੱਸਿਆ ਜਾਏ ਕਿ ਨਹੀਂ ਨਹੀਂ ਨਹੀਂ, ਐਕਚੁਅਲ ਲੈਵਲ ਤੇ ਤੁਹਾਡੀਆਂ ਜਿਹੜੀਆਂ ਇਹ ਵੈਲਿਊਜ਼ ਆ, ਤੁਹਾਡੀ ਜਿਹੜੀ ਵੇ ਆਫ ਲਾਈਫ ਆ, ਇਹ ਅਨਐਕਸੈਪਟੇਬਲ ਆ, ਇਹ ਵੈਲਕਮ ਨਹੀਂ ਹੈਗੀ ਇੱਥੇ। ਇੱਕ ਤਰ੍ਹਾਂ ਦੇ ਨਾਲ ਇੱਕ ਨਫ਼ਰਤ ਦਾ ਪਸਾਰਾ ਆ। ਉਹ ਪੋਲੀਟੀਕਲ ਸਟਰਕਚਰ 'ਚ ਕਿਵੇਂ ਪੋਲਿਸ਼ ਕਰਕੇ ਲਿਆਂਦਾ ਗਿਆ, ਪਰ ਲਿਆਂਦਾ ਤੇ ਉਸੇ ਸੋਚ ਨੇ ਜਿਹੜੀ ਸੋਚ ਮਨੁੱਖਾਂ 'ਚ ਆਲਰੇਡੀ ਰਵੀ ਹੋਈ ਸੀ ਉਸ ਤਰੀਕੇ ਦੇ ਨਾਲ। ਤੇ ਫਿਰ ਇਹ ਵੀ ਹੈ ਕਿ ਜੇ ਸੋਚ ਨੂੰ ਅਸੀਂ ਬਦਲਣਾ ਚਾਹੀਏ ਤੇ ਬਦਲ ਵੀ ਸਕਦੇ ਹਾਂ। ਸਮਾਜ ਦਾ ਜਿਹੜਾ ਦੂਸਰਾ ਹਿੱਸਾ ਆ, ਉਹ ਆਪਣੇ ਰੋਲ ਨੂੰ ਪਹਿਚਾਨੇ, ਜੋ ਆਪਣੇ ਰੋਲ ਨੂੰ ਠੀਕ ਕਰੇ, ਤੇ ਉਸ ਲੈਵਲ ਤੇ ਜਿਵੇਂ ਛੋਟੀ ਜਿਹੀ ਐਗਜ਼ਾਮਪਲ ਕਰਾਂ, ਕਿਉਂਕਿ ਮੈਂ ਉਸ ਦਿਨ ਬਾਤ ਕਰ ਰਿਹਾ, ਇੱਕੋ ਇੱਕ ਆਸ ਲੱਗਦੀ ਹੈ। ਹੋ ਸਕਦਾ ਲੋਕ ਕੋਈ ਬੰਦਾ ਕਹਿ ਸਕਦਾ ਯਾਰ ਬਾਇਸ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਆਸ ਦੇ ਰੂਪ ਵਿੱਚ ਆਉਂਦੀ ਹੈ, ਤੇ ਉਸ ਆਸ ਦਾ ਜਿਹੜਾ ਲੈਵਲ ਆ, ਉਹਨੂੰ ਕਈ ਲੈਵਲ 'ਤੇ ਅਸੀਂ ਦੇਖਦੇ ਵੀ ਹੈਗੇ ਹਾਂ, ਜਿਹੜਾ ਇਜ਼ਹਾਰ ਵਿੱਚ ਆਉਂਦਾ, ਜਿਹੜਾ ਪ੍ਰਗਟ ਹੁੰਦਾ ਆ। UK ਦੇ ਵਿੱਚ ਬਹੁਤ ਸਾਰੇ ਕਮਿਊਨਿਟੀ ਸਕੂਲਸ ਹੈਗੇ ਨੇ, ਪ੍ਰਾਈਵੇਟ ਸਕੂਲ ਦੀ ਤਰ੍ਹਾਂ, ਤੇ ਉਹਨਾਂ ਨੂੰ ਗੌਰਮੈਂਟ ਕਾਫੀ ਫੰਡਿੰਗ ਕਰਦੀ ਹੈ। ਕੁਝ ਇਸਲਾਮਿਕ ਸਕੂਲ ਵੀ ਨੇ, ਜੂਡਿਜ਼ਮ ਰਿਲੇਟਡ ਸਕੂਲ ਵੀ ਹੈਗੇ ਨੇ, ਜਿਹੜੀ ਬਿਲਕੁਲ ਐਕੈਡੈਮਿਕ ਐਜੂਕੇਸ਼ਨ ਕਰਾਉਂਦੇ ਨੇ, ਕੰਬਾਈਨਡ ਵਿਦ ਦੇਅਰ ਓਨ ਕਮਿਊਨਿਟੀ ਐਜੂਕੇਸ਼ਨ। ਸੋ ਇਹਨਾਂ ਦੋਨਾਂ ਰੂਪਾਂ ਦੇ ਵਿੱਚ ਉੱਥੇ ਸਕਾਈ ਕੇਬਲ ਤੇ BBC ਨੇ ਇੱਕ ਜੁਆਇੰਟ ਇਨਵੈਸਟੀਗੇਸ਼ਨ ਕੀਤੀ, ਇੱਕ ਤਰ੍ਹਾਂ ਦੀ ਉਹਨਾਂ ਦਾ ਇੱਕ ਡਾਕੂਮੈਂਟਰੀ ਕਾਈਂਡ ਆਫ ਪ੍ਰੋਗਰਾਮ ਸੀਗਾ। ਉਹ ਡਿਫਰੈਂਟ ਸਕੂਲਾਂ ਦੇ ਬੱਚਿਆਂ ਕੋਲ ਗਏ ਤੇ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਓਕੇ, ਤੁਸੀਂ ਇਸ ਸਕੂਲ 'ਚ ਪੜ੍ਹਦੇ ਹੋ, ਤੁਸੀਂ ਵੱਡੇ ਹੋ ਕੇ ਕਿਹਨੂੰ ਸਰਵ ਕਰਨਾ ਚਾਹੋਗੇ? ਤੇ ਮੋਸਟਲੀ ਫੇਥ ਬੇਸਡ ਸਕੂਲਾਂ ਵਿੱਚੋਂ ਨਿਕਲਣ ਵਾਲੇ ਬੱਚਿਆਂ ਨੇ ਕਿਹਾ ਅਸੀਂ ਆਪਣੇ ਫੇਥ ਦੇ ਲੋਕਾਂ ਨੂੰ ਸਰਵ ਕਰਾਂਗੇ। ਸੇਮ ਕੁਐਸਚਨ ਲੈ ਕੇ ਉਹ ਖਾਲਸਾ ਸਕੂਲ ਦੇ ਬੱਚਿਆਂ ਕੋਲ ਗਏ, ਉਦੋਂ ਸਿਰਫ ਸ਼ਾਇਦ 2 ਹੀ ਸਕੂਲ ਸੀਗੇ, ਤੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਹਨੂੰ ਸਰਵ ਕਰੋਗੇ? ਤੇ ਉਹਨਾਂ ਨੇ ਕਿਹਾ ਐਵਰੀਬਡੀ। ਉਹਨਾਂ ਨੇ ਭੁਲੇਖਾ, ਉਹਨਾਂ ਨੇ ਸੋਚਿਆ ਭੁਲੇਖਾ ਲੱਗ ਗਿਆ, ਕਿਉਂਕਿ ਸਾਰੇ ਫੇਥ ਬੇਸਡ ਹੀ ਕਹਿ ਰਹੇ ਨੇ। ਉਹ 2-4 ਨੂੰ ਹੋਰ ਪੁੱਛਿਆ, ਫਿਰ ਉਹਨਾਂ ਕਿਹਾ ਐਵਰੀਬਡੀ। ਅਖੀਰ ਫਿਰ ਉਹਨਾਂ ਨੇ ਹੋਰ ਡੀਪ ਲੈਵਲ ਤੇ ਦੇਖਿਆ, ਤੇ ਡੀਪ ਲੈਵਲ ਤੇ ਕਾਰਨ ਕੀ, ਉਹ ਫਿਰ ਸਵੇਰ ਦੀ ਪ੍ਰੇਅਰ ਤੇ ਗੱਲ ਆਈ ਵੀ ਵੈਨ ਦੇ ਸਟਾਰਟ ਦੇਅਰ ਅਸੈਂਬਲੀ ਐਂਡ ਦੇ conclude their assembly with the ardas, and ardas concluded by specific terms or words. Those words are ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਕਿਉਂਕਿ ਜਿੰਨੀ ਦੇਰ ਤੱਕ ਸਭ ਦੇ ਭਲੇ ਦੀ ਬਾਤ ਨਹੀਂ, ਉਦੋਂ ਦੇਰ ਤੱਕ ਮੇਰਾ ਭਲਾ ਕਿੱਥੇ ਹੈ? ਇਹੋ ਜਿਹੀ ਸੋਚ ਮਨੁੱਖਵਾਦੀ ਸੋਚ ਹੈ, ਇਹ ਨਰਹਰ ਦਾ ਨਾਮ ਆ। ਫਿਰ ਕਿਹਾ ਗਿਆ, ਹਾਂ ਇਹ ਤੇ ਇਹਦੀ ਬੜੀ ਗੱਲ ਵੀ ਹੋਈ, ਮੇਨ ਸਟ੍ਰੀਮ ਵਿੱਚ ਬੜੀ ਗੱਲ ਹੋਈ। ਉਹਨਾਂ ਕਿਹਾ ਇਹੋ ਜਿਹੀ ਇੰਸਟੀਟਿਊਸ਼ਨ ਨੂੰ ਫੰਡਿੰਗ ਵੱਧ ਕਰੋ। ਐਟਲੀਸਟ ਮਾਨਵਵਾਦੀ ਤੇ ਹੈ ਨੇ, ਕੋਈ ਬਾਇਸ ਕੋਈ ਥਾਟ ਨਹੀਂ ਲਿਆ ਰਹੇ, ਕੋਈ ਕਿਸੇ ਕਿਸਮ ਦੇ ਨਾਲ ਲੌਂਗ ਰਨ ਦੇ ਵਿੱਚ ਸੁਸਾਇਟੀ ਨੂੰ ਐਕਸਕਲੂਡ ਕਰਨ ਦੀ, ਇੱਕ ਦੂਜੇ ਤੋਂ ਦੂਰ ਕਰਨ ਦੀ ਗੱਲ ਨਹੀਂ, ਇੱਥੇ ਇਨਕਲੂਡ ਕਰਨ ਦੀ ਹੈ, ਇਨਕਲੂਸਿਵਨੈਸ ਆ ਰਹੀ ਹੈ। ਇਹੀ ਧਾਰਮਿਕਤਾ ਹੈ। ਇੱਥੇ ਬਾਬਾ ਜੀ ਨੇ ਬਾਤ ਕੀਤੀ, ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਕਿ ਭਾਈ ਗੱਲ ਇਹ ਹੈ ਕਿ ਹੇ ਮਾਲਕ, ਮੇਰੇ ਅੰਦਰ ਤੇ ਇੰਨੀ ਐਬਿਲਿਟੀ ਹੈ ਨਹੀਂ ਗੀ ਕਿ ਮੈਂ ਉਸ ਰੂਪ ਦੇ ਵਿੱਚ ਤੇਰੇ ਨਾਲ ਆਪਣੀ ਸਾਂਝ ਪਾ ਸਕਾਂ। ਤੁਮਰੀ ਸੇਵਾ ਕਰ ਨਾ ਸਕਾਂ ਪ੍ਰਭ ਹਮ ਕਿਉਂ ਕਰ ਮੁਗਤ ਤਰਾ। ਮੈਂ ਤੇਰੀ ਸੇਵਾ ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ? ਕਿਉਂਕਿ ਮੈਂ ਮਨੁੱਖ ਰੂਪ ਦੇ ਵਿੱਚ ਅਜੇ ਆਪਣੇ ਆਪ ਨੂੰ ਉਸ ਲੈਵਲ ਤੇ ਨਹੀਂ ਲਿਆ ਸਕਿਆ। ਜਿਹੜਾ ਮਨੁੱਖ ਬਣੇਗਾ ਉਹੀ ਮਨੁੱਖ ਬਣਾਉਣ ਵਾਲੇ ਰੱਬ ਦੀ ਸੇਵਾ 'ਚ ਲੱਗ ਸਕੇਗਾ। ਸੋ ਇਹ ਗੁਰੂ ਰਾਮਦਾਸ ਸਾਹਿਬ ਆਪਣੇ ਤੇ ਬਾਤ ਚੁਕਾ ਕੇ ਸਮਾਜ ਲਈ, ਸਾਰਿਆਂ ਲਈ ਪ੍ਰੇਰਨਾ ਦਿੰਦੇ। ਰੱਬ ਦੀ ਸੇਵਾ ਮਨੁੱਖ ਕਰਦਾ ਹੈ, ਤੇ ਮਨੁੱਖ ਉਦੋਂ ਹੀ ਮਨੁੱਖ ਦੇ ਲੈਵਲ ਤੇ ਆਉਂਦਾ ਜਦੋਂ ਮਨੁੱਖ ਮਨੁੱਖ ਨੂੰ ਪਿਆਰ ਕਰਦਾ ਆ। ਸਭ ਕਹਿੰਦੇ ਜੇ ਚੀਜ਼ ਨਹੀਂ ਕਰੇਗਾ ਫਿਰ ਹਮ ਕਿਉਂ ਕਰ ਮੁਗਧ ਤਰਾ। ਭਾਈ ਫਿਰ ਮੁਗਧ ਬੰਦਾ, ਮੁਗਧ ਦਾ ਪਾਰ ਉਤਾਰਾ ਨਹੀਂ ਹੁੰਦਾ। ਮੂਰਖ ਉਹ ਤੇ ਧਰਤੀ ਤੇ ਨਰਕ ਭੋਗਦਾ ਆ,
ਉਹ ਮਰਨ ਤੋਂ ਬਾਅਦ ਸਵਰਗ ਕਿੱਥੋਂ ਲੱਭ ਲਏਗਾ। ਅਗਲੇ ਬਚਨਾਂ ਦੇ ਵਿੱਚ ਇਹਦੀ ਕੁਝ ਹੋਰ ਫਰਦਰ ਐਕਸਪਲੇਨੇਸ਼ਨ ਮੌਜੂਦ ਆ, ਜਿਹਦੀ ਵਿਚਾਰ ਆਉਂਦੇ ਸਮੇਂ 'ਚ ਕਰਾਂਗੇ। ਅੱਜ ਵਾਸਤੇ ਸਮਾਂ ਕਿਉਂਕਿ ਸਮਾਪਤ ਹੋ ਗਿਆ, ਭੁੱਲਾਂ ਗਲਤੀਆਂ ਨਾ ਚਤਾਰਨੀਆਂ। ਢਾਡੀ ਵੀਰ ਅਗਲਾ ਸਮਾਗਮ ਉਹ ਤੁਹਾਡੇ ਨਾਲ ਸਾਂਝਾ ਕਰਨਗੇ। ਮੈਨੂੰ ਇਜਾਜ਼ਤ ਦੇਣੀ, ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।